ਪਾਕਿਸਤਾਨ ਪੀਪਲਸ ਪਾਰਟੀ ਨੂੰ ਭੁੱਟੋ ਸ਼ਹੀਦ ਦੀ ਕੁਰਬਾਨੀ ਤੇ ਇਲੈਕਸ਼ਨ ਮਿਲਦਾ ਤੇ ਨਾਲ ਸਦਰ ਸਾਥ ਵੀ ਮਿਲ ਜਾਂਦਾ ਨਾ। ਨਹੀਂ ਮਿਲਣਾ ਤਾਂ ਚਾਹੀਦਾ ਹੈ। ਅਗਰ ਇਸ ਤੋਂ ਵੱਡੀ ਪਾਕਿਸਤਾਨ ਦੇ ਅੰਦਰ ਕੋਈ ਕੁਰਬਾਨੀ ਹੋ ਰਿਹਾ ਹੈ, ਮੈਨੂੰ ਇਹ ਦੱਸੋ। ਨਹੀਂ ਕੁਰਬਾਨੀ ਵੀ ਤਾਂ ਮੈਂ ਮੰਨ ਰਿਹਾ, ਪਟਵਾਰੀ ਵੀ ਤਾਂ ਮਿਲ ਜਾਂਦਾ, ਪਟਵਾਰੀ ਵੀ ਤਾਂ ਮਿਲ ਜਾਂਦਾ, ਪਟਵਾਰੀ ਵੀ ਤਾਂ ਮਿਲ ਜਾਂਦਾ, ਪਟਵਾਰੀ ਨੂੰ ਕਿਸ ਤਰ੍ਹਾਂ ਮੈਂ ਅਰਜ਼ ਇਹ ਕਰਨਾ, ਪਟਵਾਰੀ ਕੱਢ ਦਿੱਤਾ ਗਿਆ। ਇਹ ਅਸਲੀ ਜ਼ਰਦਾਰੀ ਨੇ ਕੱਢਿਆ 2008 ਦੇ ਵਿੱਚ। ਅਸਰ ਕੀ ਹੈ ਤੁਹਾਡਾ ਪਾਕਿਸਤਾਨ ਦਾ ਜਿਹੜਾ ਇੰਟੈਲੀਜੈਂਸੀਆ ਹੈ ਉਹ ਆਪਣਾ ਜਿਹੜਾ ਇੱਕ ਇਖਲਾਕੀ ਔਰ ਸਹੀ ਮਾਇਨੇ ਚ ਉਹਦਾ ਰੋਲ ਹੋਣਾ ਚਾਹੀਦਾ ਹੈ, ਉਹ ਅਦਾ ਕਰ ਰਿਹਾ ਹੈ? ਮੇਰਾ ਨਹੀਂ ਖਿਆਲ ਮੀਰ ਸਾਹਿਬ ਅਖਲਾਕੀ ਨੂੰ ਤੇ ਛੱਡ ਦਿਓ, ਉਹ ਬੜੀ ਬਾਤ ਦੀ ਗੱਲ ਹੈ। ਉਹਨਾਂ ਨੂੰ ਆਪਣਾ ਆਇਨੀ ਔਰ ਕਾਨੂੰਨੀ ਰੋਲ ਅਦਾ। ਮੀਰ ਸਾਹਿਬ अस्सलाम वालेकुम जनाब। ਸਲਾਮ ਮੀਰ ਸਾਹਿਬ। ਇਹ ਦੱਸੋ ਕਿ ਪਾਕਿਸਤਾਨ ਦੀ ਸਿਆਸੀ ਸੂਰਤ ਹਾਲ ਤੇ ਗੱਲ ਨਿਊਯਾਰਕ ਚ ਕਿੱਥੇ ਬਹਿ ਕੇ ਸਕੂਨ ਨਾਲ ਹੋ ਸਕਦੀ? ਉੱਥੇ ਤਾਂ ਸਿਆਸਤ ਤੇ ਪਾਕਿਸਤਾਨ ਦੀ ਸਿਆਸਤ ਤੇ ਗੱਲ ਕਰਨਾ ਕੋਈ ਏਡੀ ਸਕੂਨ ਵਾਲੀ ਗੱਲ ਕੋਈ ਨਹੀਂ। ਉਹ ਤੇ ਇਹ ਹੈ ਕਿ ਤੁਹਾਨੂੰ ਜਿੱਥੇ ਮੌਕਾ ਮਿਲੇ ਉੱਥੇ ਬੈਠ ਕੇ ਕਰ ਲਓ, ਕਿਉਂਕਿ ਉਹ ਇੰਨਾ ਹਾਰਡ ਟਾਪਕ ਹੈ, ਉਹ ਖੁਦ ਬਣਾ ਲੈਂਦੇ ਨੇ। ਨੇ ਤੁਹਾਡਾ ਉਦੋਂ ਉਸ ਦਿਨ ਦਾ ਤੁਸੀਂ ਕਹਿ ਰਹੇ ਹੋ ਕਿ ਜੀ ਇਸ ਵੇਲੇ ਕੋਈ ਜ਼ਰੂਰਤ ਨਹੀਂ ਇਹਦੀ ਹੈਗੀ, ਇਹਨੂੰ ਜਾਣ ਕੇ ਡਿਵਾਈਡ। ਅੱਛਾ, ਤੁਸੀਂ ਇਹ ਸਮਝਦੇ ਹੋ ਕਿ ਜਿਹੜੀ ਮੂਵਮੈਂਟ ਆਜ਼ਾਦ ਕਸ਼ਮੀਰ ਵਿੱਚ ਚੱਲ ਰਹੀ ਹੈ ਔਰ ਹੋਰ ਜਿਹੜੇ ਪਾਕਿਸਤਾਨ ਨੂੰ ਸਿਆਸੀ ਸੂਰਤ ਹਾਲ, ਮੁਆਸ਼ੀ ਸੂਰਤ ਹਾਲ ਦਾ ਸਾਹਮਣਾ, ਉਹਦੀ ਡਾਇਵਰਸ਼ਨ ਵਾਸਤੇ ਜਾਂ ਉਹਨੂੰ ਡਾਇਵਰਟ ਕਰਨ ਵਾਸਤੇ ਲੋਕਾਂ ਨੂੰ ਧਿਆਨ ਲਾਉਣ ਵਾਸਤੇ ਵੀ ਐਸੇ ਇਸ਼ੂ ਕ੍ਰੀਏਟ ਕਰ ਦਿੱਤੇ ਜਾਂਦੇ ਨੇ? ਦੇਖੋ, ਪੋਲੀਟੀਕਲ ਸਾਇੰਸ ਦੇ ਵਿੱਚ ਤੇ ਇਹੀ ਕਹਿੰਦੀ ਹੈ ਕਿ ਅਗਰ ਤੁਸੀਂ ਡਿਵਰਟ ਕਰਨੀ ਹੋਵੇ ਇੱਕ ਤਬਕੇ ਦੀ ਤਵੱਜੋ ਜੀ, ਤੇ ਮੁਖਤਲਿਫ ਜਿਹੜੇ ਨੇ ਤੁਸੀਂ ਇਸ਼ੂਜ਼ ਜਿਹੜੇ ਨੇ ਗੈਰ ਮੁਤਲਕਾ ਇਸ਼ੂਜ਼ ਜਿਹੜੇ ਨੇ ਕ੍ਰੀਏਟ ਕਰ ਲਓ, ਆਵਾਮ ਦੀ ਦਿਲਚਸਪੀ ਦਾ ਮੌਜੂ ਹੋਣ ਔਰ ਤਾਂ ਕਿ ਲੋਕਾਂ ਦੀ ਅਸਲ ਮਸਲੇ ਤੋਂ ਤਵੱਜੋ ਹਟ ਜੇ। ਇਹ ਸਿਰਫ ਮੈਂ ਨਹੀਂ ਸਮਝਦਾ ਕਿ ਸਿਰਫ ਜਿਹੜੀ ਹੈ ਤਵੱਜੋ ਕਸ਼ਮੀਰ ਤੋਂ ਉਠਾਈ ਜਾ ਰਹੀ ਹੈ, ਬਲਕਿ ਸਭ ਤੋਂ ਵੱਡਾ ਪਾਕਿਸਤਾਨ ਦਾ ਮਸਲਾ ਮੁਆਸ਼ੀ ਹੈ ਜੀ। ਉਧਰੋਂ ਤਵੱਜੋ ਜ਼ਿਆਦਾ ਹਟਾਈ ਜਾ ਰਹੀ ਹੈ ਕਿਉਂਕਿ ਤੁਹਾਡੇ ਨੇਬਰਸ ਦੇ ਵਿੱਚ ਜੈਨਜ਼ੀ ਵਗੈਰਾ ਦੀਆਂ ਮੂਵਮੈਂਟਸ ਜਿਹੜੀਆਂ ਨੇ ਬੜੀਆਂ ਕਾਮਯਾਬ ਗਈਆਂ ਜੀ। ਰੀਸੈਂਟਲੀ ਇੰਡੀਆ ਦੇ ਵਿੱਚ ਜਿਹੜਾ ਕਾਕਰੋਚ ਜਨਤਾ ਪਾਰਟੀ ਜਾਂ ਸਟੂਡੈਂਟਸ ਨੇ ਜਿਹੜਾ ਇਤਜਾਜ ਕੀਤਾ ਔਰ ਉਹਦੇ ਵਿੱਚ ਉਹਨਾਂ ਨੂੰ ਬਹੁਤ ਅੱਛੀ ਕਾਮਯਾਬੀ ਮਿਲੀ ਜੀ, ਔਰ ਉਹ ਇਸੇ ਚੀਜ਼ ਦਾ ਡਰ ਵੀ ਹੁਕਮਰਾਨਾਂ ਨੂੰ ਹੈ ਕਿ ਪਾਕਿਸਤਾਨ ਦੇ ਅੰਦਰ ਜੈਨਜ਼ੀ ਜਿਹੜੀ ਹੈ ਜਾਂ ਨੌਜਵਾਨ ਤਬਕਾ ਜਿਹੜਾ ਹੈ ਉਹ ਆਪਣੇ ਅਸਲ ਮਸਾਇਲ ਦੀ ਤਰਫ ਨਾ ਆ ਜਾਏ ਔਰ ਸਟਰੀਟਸ ਦੇ ਉੱਤੇ ਮਜ਼ਾਰੇ ਨਾ ਸ਼ੁਰੂ। ਅੱਛਾ, ਤਾਂ ਤੁਹਾਨੂੰ ਮੀਰ ਸਾਹਿਬ ਮੈਂ ਸ਼ੇਅਰ ਕਰਾਂ ਕਿ ਇੱਥੇ ਕਾਕਰੋਚ ਜਿਹੜੀ ਉੱਥੇ ਮੂਵਮੈਂਟ, ਉਹ ਤੇ ਜ਼ਾਹਿਰ ਇਸਤਾਰਾਤੀ ਤੌਰ ਤੇ ਉਹ ਜੱਜ ਨੇ ਕਿਹਾ ਉਹਨਾਂ ਨੂੰ, ਬੇਰੋਜ਼ਗਾਰਾਂ, ਇੰਡੀਅਨ ਬੇਰੋਜ਼ਗਾਰਾਂ ਨੂੰ ਕਾਕਰੋਚ ਕਿਹਾ ਤੇ ਉਹਨਾਂ ਨੇ ਉੱਥੋਂ ਹੀ ਉਹਦੇ ਨਾਂ ਤੋਂ ਹੀ ਇੱਕ ਮੂਵਮੈਂਟ ਬਣਾ ਦਿੱਤੀ। ਤੇ ਇੱਥੇ ਕਾਕਰੋਚ ਨੂੰ ਨੈਗੇਟਿਵ ਟਰਮ ਵਿੱਚ ਸਮਝਿਆ, ਕਨਸੀਵ ਕੀਤਾ ਗਿਆ ਹੈ। ਯਾਨੀ ਸਾਡਾ ਮਾਹੌਲ ਦੇਖੋ ਕਿਸ ਕਿਸਮ ਦਾ ਹੈ ਕਿ ਇੱਕ ਹਮਸਾਇਆ ਮੁਲਕ ਦੇ ਜਿਹੜੇ ਜਵਾਨ ਨੇ ਜਿਨ੍ਹਾਂ ਨੇ ਆਪਣੀ ਰਿਆਸਤ ਔਰ ਹਕੂਮਤ ਨੂੰ ਘੁਟਨੇ ਟੇਕਣ ਤੇ ਮਜਬੂਰ ਕੀਤਾ ਔਰ ਉਹ ਰਾਈਟ ਤੇ ਸਨ, ਹੱਕ ਤੇ ਸਨ। ਉਹ ਅਗਰ ਇੱਥੇ ਉਹਨਾਂ ਤੋਂ ਮੁਸਤਾਰ ਕੀਤੀ ਜਾਂਦੀ ਹੈ ਟਰਮ, ਤੇ ਉਹ ਰਾਣਾ ਸਨਾਉਲਾ ਸਾਹਿਬ ਵੀ ਉਹ ਸਮਝ ਰਹੇ ਨੇ ਕਾਕਰੋਚ ਕੋਈ ਨੈਗੇਟਿਵ ਚੀਜ਼ ਹੈ ਜੀ। ਤੇ ਸਿਆਸੀ ਜਿਹੜੀ ਸੂਰਤ ਹਾਲ ਸਾਹਮਣੇ ਆਈ ਹੈ ਖਿੱਤੇ ਦੀ, ਉਹਦੇ ਵਿੱਚ ਤੇ ਕਾਕਰੋਚ ਜਿਹੜੇ ਨੇ ਉਹ ਬੜੇ ਇੱਕ ਪੋਜ਼ਿਟਿਵ ਔਰ ਹੁਰੀਅਤ ਪਸੰਦ ਔਰ ਸਿਆਸੀ ਜਦੋਜਹਿਦ ਕਰਨ ਵਾਲੇ ਨੌਜਵਾਨ ਨੇ। ਚਲੀਏ ਬਾਹਰ, ਚਲੋ ਚੱਲਦੇ ਆ। ਤੇ ਨਾਲ ਇਹਦਾ ਮੈਂ ਤੁਹਾਨੂੰ ਇੱਥੇ ਹੀ ਦਿਓ ਜਵਾਬ ਦੇ ਦਿੰਦਾ। ਹਾਂ, ਦੇਖੋ ਮੀਰ ਸਾਹਿਬ, ਜਿਹੜੇ ਜਿੰਨੇ ਵੀ ਮਮਾਲਕ ਨੇ ਜਿਨ੍ਹਾਂ ਦੇ ਅੰਦਰ ਦੁਨੀਆ ਦੇ ਮੈਕਸਿਮਮ ਮਮਾਲਕ ਦੇ ਅੰਦਰ ਕੈਪੀਟਲਿਜ਼ਮ ਹੈ ਜੀ, ਕੈਪੀਟਲਿਜ਼ਮ ਦੇ ਵਿੱਚ ਜਿਹੜਾ ਗਰੀਬ ਆਦਮੀ ਹੈ ਉਹਨੂੰ ਜਿਹੜਾ ਹੁਕਮਰਾਨ ਤਬਕਾ ਕਾਕਰੋਚ ਹੀ ਸਮਝਦਾ, ਲੇਕਿਨ ਐਕਚੁਅਲੀ
ਇਹ ਤਸਵਰ ਜ਼ੁਲਫਕਾਰ ਅਲੀ ਭੱਟੋ ਨੇ ਕਿਹਾ ਕਿ ਤਾਕਤ ਦਾ ਸਰਚਸ਼ਮਾ ਆਵਾਮ ਹੈ। ਠੀਕ ਹੈ ਜੀ। ਕਾਕਰੋਚ ਉਹ ਤੁਹਾਡੀ ਤਾਕਤ ਦਾ ਸਰਚਸ਼ਮਾ ਹੈ, ਉਹ ਤੁਹਾਡੇ ਮਹਿਕੂਮ ਤਬਕਾਤ ਨੇ। ਮਹਿਕੂਮ ਤਬਕਾਤ ਉਹਨਾਂ ਲੋਕਾਂ ਕੋਲੋਂ ਤੁਸੀਂ ਕੀ ਤੋਕੋ ਕਰ ਸਕਦੇ ਹੋ ਜਿਹੜੇ ਖੁਦ ਹੁਕਮਰਾਨ ਨੇ ਔਰ ਇੰਜੋਏ ਕਰਦੇ ਨੇ ਦੁਨੀਆ ਦੀਆਂ ਸਾਰੀਆਂ ਫੈਸਿਲਿਟੀਜ਼ ਨੂੰ, ਔਰ ਜਿਹੜਾ ਔਰ ਤਨਕੀਦ ਕਿਹਦੇ ਕਰ ਰਹੇ ਨੇ, ਉਹ ਤਬਕਾ ਜਿਹੜਾ ਮਹਿਕੂਮ ਤਬਕਾ ਹੈ, ਜਿਹੜਾ ਜਾਬ ਲੈਣਾ ਵੀ ਚਾਹਵੇ ਤੇ ਉਹਨਾਂ ਨੂੰ ਇਹਨਾਂ ਦੇ ਤਰਲੇ ਕਰਨੇ ਪੈਂਦੇ ਨੇ, ਔਰ ਜਾਬ ਲੱਭ ਵੀ ਜਾਏ ਤੇ ਤਨਖਾਹਾਂ ਨਹੀਂ ਲੱਭਦੀਆਂ ਉਹਨਾਂ ਨੂੰ, ਤੇ ਉਹਨਾਂ ਨੂੰ ਤੇ ਉਹ ਵਾਕਈ ਕਾਕਰੋਚ ਸਮਝਦੇ। ਲੇਕਿਨ ਕਾਕਰੋਚ ਹੋਣਾ, ਮਜ਼ਦੂਰ ਹੋਣਾ ਔਰ ਇੱਕ ਮਿਹਨਤਕਸ਼ ਹੋਣਾ, ਇਹ ਇੱਕ ਸ਼ਾਨ ਹੈ ਆਮ ਇਨਸਾਨ ਦੀ। ਬੇਸ਼ੱਕ। ਔਰ ਮੈਨੂੰ ਕਦੀ ਦੁੱਖ ਨਹੀਂ ਹੋਇਆ, ਬਲਕਿ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਮੈਂ ਇੱਕ ਕਹਿਣਾ ਹੁੰਦਾ ਕਿ ਮੈਂ ਇੱਕ ਮਿਹਨਤਕਸ਼ ਦਾ ਬੇਟਾ ਹਾਂ ਜੀ, ਯੂ نو, ਔਰ ਉਹਦੇ ਤੇ ਮੈਨੂੰ ਫਖਰ ਹੈ। ਇਹ ਜੋ ਕੁਝ ਸਮਝਦੇ ਨੇ ਪੇ ਸਮਝਣ। ਦੇਖੋ ਜਿਹੜੇ ਵੇਲੇ ਇਨਕਲਾਬ ਆਉਂਦੇ ਨੇ ਨਾ, ਤੇ ਉਹ ਇਹੋ ਜਿਹੀਆਂ ਕੁਵਤਾਂ ਨੂੰ ਬਹਾ ਕੇ ਲੈ ਜਾਂਦੇ ਨੇ, ਯੂ نو। ਇਹ ਦੁਨੀਆ ਦੇ ਉੱਤੇ ਮਿਸਾਲਾਂ ਮੌਜੂਦ ਨੇ, ਤੇ ਦੁਨੀਆ ਜਿਹੜਾ ਮੁਆਸ਼ੀ ਨਿਜ਼ਾਮ ਹੈ ਜਿਹਦੇ ਨਾਲ ਇਸਤਸਾਲ ਕਰ ਰਿਹਾ ਪੂਰੇ ਸਾਰੇ ਤਬਕਾਤ ਦਾ, ਛੋਟਿਆਂ ਤਬਕਾਤ ਦਾ, ਮਿਡਲ ਕਲਾਸ ਤੋਂ ਲੈ ਕੇ ਥੱਲੇ ਤੱਕ, ਉਹ ਇਹਨਾਂ ਨੇ ਇਕੱਠਿਆ ਹੋਣਾ। ਜਦੋਂ ਇਹ ਇਕੱਠਿਆ ਹੋਣ ਦੇ ਆਵਾਜ਼ ਇੱਕ ਬਣਨ ਦੀ, ਇਹ ਕਾਕਰੋਚ ਇਕੱਠੇ ਹੋਣ ਤੇ ਕਾਕਰੋਚ ਇਨਕਲਾਬ ਲੈ ਆਉਂਦੇ ਨੇ, ਕਿਉਂਕਿ ਮੁਆਸ਼ੀ ਮਸਲੇ ਉਹਨਾਂ ਦੇ ਹੱਲ ਨਹੀਂ ਨੇ ਕਰਨੇ, ਤੇ ਉਹਨਾਂ ਨੇ ਸੜਕਾਂ ਤੇ ਉੱਠਣਾ, ਆਪਣੇ ਬੱਚੇ ਤੇ ਨਹੀਂ ਉਹਨਾਂ ਮਾਰਨੇ ਜੀ ਭੁੱਖ ਨਾਲ। ਅੱਛਾ, ਇਹ ਦੱਸੋ ਕਿ ਤੁਸੀਂ ਜਿੰਨਾ ਬੋਲਦੇ ਹੋ ਉਸ ਤੋਂ ਜ਼ਿਆਦਾ ਤੇ ਸੁਣਦੇ ਹੋ ਜੀ, ਕੀ ਸੁਣ ਰਹੇ ਪਾਕਿਸਤਾਨ ਦੇ ਜਿਹੜੇ ਦਾਨਿਸ਼ਵਰ ਨੇ, ਉਹ ਕੀ ਕਹਿ ਰਹੇ ਨੇ? ਮੈਂ ਰੈਫਰੈਂਸ ਦੇਣਾ, ਮਜ਼ਹਰ ਅਬਾਸ ਬੜੇ ਅਪਰਾਈਟ ਜਰਨਲਿਸਟ ਨੇ, ਉਹਨਾਂ ਨੇ ਕਿਹਾ ਕਿ ਜੀ ਮੋਹਸਨ ਨਕਵੀ ਸਾਹਿਬ ਨੂੰ ਜਿਹੜੇ ਉਹਨਾਂ ਦੇ ਪੋਰਟਫੋਲੀਓ ਨੇ ਉਹਦੇ 'ਚ ਇੰਤਜ਼ਾਮੀ ਬਾਈਫਰਕੇਸ਼ਨ ਕਰਨ, ਕ੍ਰਿਕਟ ਬੋਰਡ 'ਚ ਉਹ ਕਰਨ, ਔਰ ਬਾਕੀ ਉਹਨਾਂ ਦਾ ਜਿਹੜਾ ਆਪਣਾ ਡਿਪਾਰਟਮੈਂਟ ਹੈ ਜੀ। ਮੁਜੀਬ ਰਹਿਮਾਨ ਸ਼ਾਮੀ ਸਾਹਿਬ ਨੇ ਕਿਹਾ ਕਿ ਅੱਛਾ, ਉਸ ਤੋਂ ਪਹਿਲਾਂ ਹਾਮਿਦ ਮੀਰ ਸਾਹਿਬ ਬੜੇ ਅਹਿਮ ਜਰਨਲਿਸਟ ਨੇ ਪਾਕਿਸਤਾਨ ਦੇ, ਔਰ ਹਮੇਸ਼ਾ ਉਹ ਰਾਈਟ ਸਾਈਡ ਦੀ ਹਿਸਟਰੀ ਖੜੇ ਹੁੰਦੇ ਨੇ। ਉਹਨਾਂ ਨੇ ਇੱਕ ਟਵੀਟ ਕੀਤਾ, ਮੈਂ ਉਹ ਉਹਨਾਂ ਦੇ ਟਵਿੱਟਰ ਤੇ ਨਹੀਂ ਦੇਖਿਆ, ਲੇਕਿਨ ਉਹਨਾਂ ਦਾ ਹੀ ਸੋਸ਼ਲ ਮੀਡੀਆ 'ਚ ਹੀ ट्रैवल किया है। उन्होंने कहा जी कि जो भी करना है आईनी तरीके से करें, तो ये हामिद मीर साहब का स्टैंड होता है। बिल्कुल। उसके बाद आज मुजीब रहमान शामी साहब नजर आए हैं, जो यहाँ ग्रेट डिबेट हुई है शायद लाहौर में, अजमल जामी हमारे दोस्त वो कर रहे हैं कंडक्ट, जिसमें मज़हर अब्बास साहब ने बड़ा इनका जो है वो क्लास ली है। ये जो बात हुई है उसमें शामी साहब कह रहे हैं कि अगर सूबों की सकाफती शनाख्त चेंज तब्दील किए बगैर अगर उनको नाम इंतज़ामी नाम दे दिए, जैसे पंजाब 1, पंजाब 2, पंजाब 3, पंजाब 4, तो ये इस तरह से ठीक है। ਤੇ ਮੈਂ ਸਮਝਣਾ ਕਿ ਪੰਜਾਬ ਵਾਲੇ ਤੇ ਸਰਵਿਸ ਬਾਟਾ ਦੇ ਨੰਬਰ ਹੁੰਦੇ ਨੇ, ਸੂਬਿਆਂ ਦੇ ਨੰਬਰ ਤੇ ਨਹੀਂ ਹੁੰਦੇ। ਮੇਰਾ ਇਹ ਬੜੀ ਨਾਨ ਲੌਜੀਕਲ ਗੱਲ ਹੈ, ਕਿਉਂਕਿ ਜਦੋਂ ਤੁਸੀਂ ਕਿਸੇ ਮੁਲਕ ਦੀ, ਕਿਸੇ ਸੁਸਾਇਟੀ ਦੇ ਕਿਸੇ ਹਿੱਸੇ ਦੀ ਜਿਓਗ੍ਰਾਫਾਈ ਹਾਲਤ ਚੇਂਜ ਕਰਦੇ ਹੋ ਤਾਂ ਉਹਦਾ ਕਲਚਰ ਚੇਂਜ ਹੁੰਦਾ ਹੈ। ਕਲਚਰ ਐਕਚੁਅਲੀ ਡਿਪੈਂਡ ਕਰਦਾ ਹੈ ਤੁਹਾਡੇ ਮੁਆਸ਼ੀ ਨਿਜ਼ਾਮ ਦੇ ਉੱਤੇ। ਵੇਖੋ ਇਹਦੇ ਤੋਂ ਸਭ ਤੋਂ ਵੱਡੀ ਮਿਸਾਲ ਤੁਹਾਨੂੰ ਮਿਲੇਗੀ ਜਦੋਂ ਪਾਕਿਸਤਾਨ ਬਣਿਆ ਜੀ। ਪਾਕਿਸਤਾਨ ਦੇ ਅੰਦਰ, ਪਾਕਿਸਤਾਨ ਬਣਨੇ ਤੋਂ ਪਹਿਲਾਂ ਇਹ ਸੂਬੇ ਸਨ, ਪੰਜਾਬ ਵੀ ਹੈ ਸੀ, ਸਿੰਧ ਵੀ ਹੈ ਸੀ, ਬਲੂਚਿਸਤਾਨ ਵੀ ਹੈ ਸੀ, ਤੇ ਫਰੰਟੀਅਰ ਵੀ ਹੈ। ਇਹ ਤੇ ਸਰ ਅਗਰ ਇਹਦੀ ਹਿਸਟਰੀ ਨੂੰ ਦੇਖਿਆ ਜਾਏ ਤੇ 3300 ਸਾਲ ਪੁਰਾਣਾ ਕਬਰ ਮਸੀਹ ਸਿੰਧ ਦੇ ਨਾਲ ਪੰਜਾਬ ਵੀ ਐਗਜ਼ਿਸਟ ਕਰ ਰਿਹਾ ਸੀ। ਹੜੱਪਾ ਸਾਹੀਵਾਲ ਦੇ ਨਾਲ 35 ਕਿਲੋਮੀਟਰ ਅੱਗੇ ਹੈ ਜੀ, ਦੁਨੀਆ ਦੀ ਕਦੀਮ ਤਰੀਨ ਤਹਿਜ਼ੀਬਾਂ ਵਿੱਚ ਪੰਜਾਬ ਵੀ ਆ ਜਾਂਦਾ ਹੈ। ਮੈਂ ਉਹੀ ਅਰਜ਼ ਕਰਨ ਲੱਗਾ ਕਿ ਵੇਖੋ ਨਾ, ਆ ਕੇ ਜਿਹੜੇ ਪਾਕਿਸਤਾਨ ਬਣਿਆ ਤੇ ਸਭ ਤੋਂ ਪਹਿਲਾਂ ਇਹਨਾਂ ਨੇ ਸਾਡੀ ਕਲਚਰ ਔਰ ਜ਼ੁਬਾਨ ਦੇ ਉੱਤੇ ਅਟੈਕ ਕੀਤਾ। ਪਾਕਿਸਤਾਨ ਬਣਨੇ ਦੇ ਮੈਂ ਹੱਕ 'ਚ ਜੀ, ਮੈਂ ਖੁਦ ਪਾਕਿਸਤਾਨੀ ਹਾਂ, ਲੇਕਿਨ ਸਾਡਾ ਸਭ ਤੋਂ ਵੱਡਾ ਇਸਤਸਾਲ ਉਸ ਵੇਲੇ ਹੋਇਆ ਜਦੋਂ ਸਾਡੇ ਕੋਲ ਸਾਡੀ ਮਾਂ ਬੋਲੀ ਖੋਹ ਲਈ ਗਈ। ਸਾਨੂੰ ਮਜਬੂਰ ਕੀਤਾ ਗਿਆ ਕਿ ਅਸੀਂ ਕਿਸੇ ਦੀ ਮਾਂ ਬੋਲੀ ਨੂੰ ਸਕੂਲਾਂ 'ਚ ਪੜ੍ਹੀਏ ਜੀ। ਤੇ ਇਹ ਜਿਹੜੀ ਤੁਸੀਂ ਗੱਲ ਪਹਿਲਾਂ ਕੀਤੀ ਹੈ, ਉਹ ਕਦੀ ਹੋ ਨਹੀਂ ਸਕਦਾ ਕਿ ਤੁਸੀਂ ਜ਼ਬਾਨ ਔਰ ਕਲਚਰ ਨੂੰ ਵੀ ਰੱਖੋ ਤੇ ਸੂਬੇ ਵੀ ਵੱਖੋ ਵੱਖ ਕਰ ਦਿਓ।
ਕਿਆ ਯੂਪੀ ਵਾਲੇ ਆ ਕੇ ਉਥੋਂ ਆਏ ਸਨ ਜਾਂ ਲਖਨਊ ਤੋਂ ਆਏ ਸਨ, ਉਹਨਾਂ ਨੇ ਜ਼ਬਾਨ ਆਪਣੀ ਛੱਡ ਦਿੱਤੀ ਸੀ? ਉਹਨਾਂ ਤੇ ਆ ਕੇ ਸਾਡੇ ਤੇ ਵੀ ਮਸਲਤ ਕਰ ਦਿੱਤੀ, ਉਹਨਾਂ ਸਿੰਧੀਆਂ ਦੇ ਵੀ ਮਸਲਤ ਕਰਦੀ, ਉਹਨਾਂ ਬਲੋਚੀਆਂ ਦੇ ਕਰਦੀ, ਉਹਨਾਂ ਬੰਗਾਲੀਆਂ ਦੇ ਵੀ ਕਰ ਦਿੱਤੀ। ਬੰਗਾਲੀ ਤੁਹਾਡੇ ਤੋਂ ਅਲੱਗਾ ਕਿਉਂ ਹੋਇਆ? ਇਸੇ ਵਜ੍ਹਾ ਤੋਂ ਕਿ ਤੁਹਾਡਾ ਕਲਚਰ, ਤੁਸੀਂ ਉਹਨਾਂ ਦਾ ਕਲਚਰ ਵੀ ਖੋਲਿਆ ਸੀ ਤੇ ਉਹਨਾਂ ਦੇ ਮੁਆਸ਼ੀ ਮਸਾਇਲ ਵੀ ਜਿਹੜੇ ਨੇ ਵਧਾ ਦਿੱਤੇ ਸਨ। ਜੈਨਜ਼ੀਜ਼ ਨੂੰ ਸਮਝਾਉਣ ਵਾਸਤੇ ਕਿ ਬਈ 1948 ਚ ਜਦੋਂ ਪਾਕਿਸਤਾਨ ਬਣਿਆ ਹੈ ਤੇ ਨੈਸ਼ਨਲ ਲੈਂਗੁਏਜ ਬੰਗਾਲੀਆਂ ਨੇ ਪਾਕਿਸਤਾਨ ਬਣਾਉਣ ਵਿੱਚ ਬੁਨਿਆਦੀ ਰੋਲ ਸੀ ਉਹਨਾਂ ਦਾ। ਔਰ ਮੁਸਲਿਮ ਲੀਗ ਵੀ ਉੱਥੇ ਹੀ ਬਣੀ, ਮੁਸਲਿਮ ਲੀਗ ਵੀ 1906 ਚ ਢਾਕਾ ਚ ਬਣੀ ਸੀ। ਔਰ ਉਹਦੇ ਬਾਅਦ ਉਹਨਾਂ ਨੂੰ ਕਿਹਾ ਗਿਆ ਜੀ ਕਿ ਉਰਦੂ ਬੋਲੋ ਜੀ ਜੀ। ਤੇ ਉਹ 24 ਸਾਲ ਬਾਅਦ, ਯਾਨੀ ਪਾਕਿਸਤਾਨ ਬਣਨ ਦੇ ਸਿਰਫ 24 ਸਾਲ ਬਾਅਦ ਉਹਨਾਂ ਨੇ ਆਪਣਾ ਅਲੱਗਾ ਮੁਲਕ ਬਣਾਇਆ ਜਿਹਦਾ ਨਾਂ ਬੰਗਲਾਦੇਸ਼ ਹੈ ਹੁਣ। ਔਰ ਸਾਡੀ ਰਿਆਸਤੀ ਔਰ ਸਿਆਸੀ ਉਹਨਾਂ ਨਾਲ ਤਾਲੁਕਾਤ ਵੀ। ਜੀ ਤੁਸੀਂ ਮੀਰ ਸਾਹਿਬ ਗੱਲ ਕਰ ਰਹੇ ਤੇ ਇਹ ਮੈਂ ਇਸ ਲੌਜਿਕ ਦੇ ਨਾਲ ਨਹੀਂ ਕਰਦਾ, ਇਹ ਬੜੀ ਮੁਫਾਦ ਪ੍ਰਸਤਾਨਾ ਲੌਜਿਕ ਉਹਨਾਂ ਨੇ ਦਿੱਤੀ ਹੈ, ਬਲਕਿ ਡਿਲੀਵਰ ਕੀਤੀ ਗਈ ਹੈ ਕਿ ਉਹਨਾਂ ਨੂੰ ਅਗਰ ਉਹਨਾਂ ਦਾ ਆਪਣਾ ਵੀ ਸ਼ਾਮੀ ਸਾਹਿਬ ਅਗਰ ਉਹਨਾਂ ਦਾ ਆਪਣਾ ਵੀ ਵਿਜ਼ਨ ਹੈ ਤੇ ਸਾਇੰਟੀਫਿਕਲੀ ਮੈਂ ਉਹਨੂੰ ਰਿਜੈਕਟ ਕਰਨਾ, ਕਿਉਂਕਿ ਹੋ ਹੀ ਨਹੀਂ ਸਕਦਾ। ਅੱਛਾ, ਇਸ ਤਰ੍ਹਾਂ 2+2 ਜੋ 2+2 ਨਹੀਂ ਹੁੰਦਾ, 2+2 4 ਹੁੰਦਾ। ਜਦੋਂ ਤੁਸੀਂ ਕਿਸੇ ਚੀਜ਼ ਦੇ ਅੰਦਰ ਤਬਦੀਲੀ ਲਿਆਵੋਗੇ ਕਿਸੇ ਮਾਸ਼ਰੇ ਦੇ ਅੰਦਰ, ਤੇ ਉਹਦੇ ਅੰਦਰ ਤਬਦੀਲੀ ਮਸਟ ਆਵ ਦੀ ਜ਼ਬਾਨ ਦੇ ਵਿੱਚ, ਉਹਦੇ ਕਲਚਰ ਦੇ ਵਿੱਚ। ਮੀਰ ਸਾਹਿਬ ਤੁਸੀਂ ਕੀ ਸਮਝਦੇ ਹੋ ਪਾਕਿਸਤਾਨ ਦਾ ਜਿਹੜਾ ਇੰਟੈਲੀਜੈਂਸੀਆ ਹੈ, ਜਿਹਦੇ ਵਿੱਚ ਮੈਂ ਇੱਕ ਹੋਰ ਰੈਫਰੈਂਸ ਦੇਣਾ, ਜਿਵੇਂ ਨਜਮ ਸੇਠੀ ਸਾਹਿਬ ਪ੍ਰੋਗਰਾਮ ਕਰ ਰਹੇ ਨੇ ਸਮਾਂ ਤੇ ਉਹਨਾਂ ਦੇ ਜਿਹੜੇ ਥੰਬਨੇਲ ਔਰ ਉਹ ਆ ਰਹੇ ਨੇ ਵੀਡੀਓ ਕਲਿੱਪ, ਉਹ ਸਾਫ਼ ਉਹਦੇ ਤੇ ਲਿਖਿਆ 37 सूबे बनाने का फैसला कर लिया गया। ਤੇ ਕਿਆ ਨਜਮ ਸੇਠੀ ਸਾਹਿਬ ਤਰਜਮਾਨ ਨੇ ਉਹ ਸੋਚਦੇ ਜਾਂ ਉਹ ਗੈਰ ਜਾਨਬਦਾਰ ਜਰਨਲਿਸਟ ਨੇ? ਵੇਖੋ ਮੀਰ ਸਾਹਿਬ, ਅਸੀਂ ਇੰਡੀਵਿਜੂਅਲੀ ਚਲੋ ਗੱਲ ਕਰ ਵੀ ਰਹੇ ਹਾਂ, ਗੱਲ ਕਰਨੀ ਚਾਹੀਦੀ, ਕਰਨੀ ਵੀ ਚਾਹੀਦੀ ਹੈ। ਮੈਂ ਸਮਝਣਾ ਕਿ ਇਹ 2-3 ਦਰਜਨ ਪਾਕਿਸਤਾਨ ਦੇ ਜਿਹੜੇ ਸਾਫੀ ਨੇ ਉਹ ਜ਼ੁਬਾਨ ਹੀ ਉਹਨਾਂ ਹਕੂਮਤਾਂ ਦੀ ਬੋਲ ਰਹੇ ਨੇ ਜਿਨ੍ਹਾਂ ਨੇ ਇਹ ਪੈਗਾਮ ਦਿੱਤਾ ਹੈ, ਜਦ ਕਿ ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹਨਾਂ ਜਿੰਨੇ ਪਹਿਲੇ ਇਕਦਾਮਾਤ ਉਠਾਏ ਨੇ ਪਾਕਿਸਤਾਨ ਦੇ ਵਾਸਤੇ, ਉਹ ਪਾਕਿਸਤਾਨ ਨੂੰ ਬਦਹਾਲੀ ਦੀ ਤਰਫ ਲੈ ਕੇ ਜਾ ਗਏ ਨੇ। ਉਹ ਕਦੇ ਜਿਹੜਾ ਸਿਆਸਤਦਾਨਾਂ ਦਾ ਕੰਮ ਹੈ ਉਹ ਸਿਆਸਤਦਾਨਾਂ ਨੂੰ ਕਰਨ ਦਿਓ। ਉਹ ਯਾਰ ਆਪਣਾ ਕੰਮ ਆਪ ਕਰੋ, ਕਿਉਂ ਤੁਹਾਨੂੰ ਆਦਤ ਨਹੀਂ ਪੈਂਦੀ? ਕਿਸ ਤਰ੍ਹਾਂ ਤੁਹਾਨੂੰ ਪਾਕਿਸਤਾਨੀ ਆਵਾਮ ਸਮਝਾਏ ਜੀ ਕਿ ਭਾਈ ਤੁਸੀਂ ਆਪਣਾ ਕੰਮ ਕਿਉਂ ਨਹੀਂ ਕਰਦੇ? ਦਹਿਸ਼ਤਗਰਦੀ ਰੋਜ਼ ਵੱਧਦੀ ਜਾਂਦੀ ਹੈ। ਸਾਡੀ ਵਜ੍ਹਾ ਤੋਂ ਦਹਿਸ਼ਤਗਰਦੀ ਪੈਦਾ ਹੋਈ ਹੈ, ਪਾਕਿਸਤਾਨੀ ਆਵਾਮ ਦੀ ਵਜ੍ਹਾ ਤੋਂ ਜੀ? ਨਹੀਂ, ਇਹ ਉਹਨਾਂ ਦੇ ਪੈਦਾ ਕਰਦੇ ਲੋਕ ਨੇ। ਕਿਹਾ ਸੀ ਕਿ ਅਫਗਾਨਿਸਤਾਨ ਦੀ ਜੰਗ ਲੜੋ? ਨਹੀਂ, ਰਿਆਸਤੀ ਫੈਸਲਾ ਪਾਕਿਸਤਾਨੀ ਆਵਾਮ ਨੇ ਕਿਹਾ, 9 ਰਿਆਸਤ ਦਾ ਫੈਸਲਾ ਸੀ, ਉਹ ਵੀ ਇੱਕ ਡਿਕਟੇਟਰ ਦਾ ਫੈਸਲਾ ਸੀ। ਕਿਹਾ ਪਾਕਿਸਤਾਨ ਦੇ ਆਵਾਮ ਨੇ ਕਿਹਾ ਸੀ ਕਿ ਸਮਗਲ ਕਰਕੇ ਹੀਰੋਇਨ ਨੂੰ ਇੱਥੇ ਪਾਕਿਸਤਾਨ ਚ ਲਿਆਓ? ਪੂਰੀ ਕੌਮ ਤੁਸੀਂ ਨਸ਼ੇ ਤੇ ਲਾ ਦਿੱਤੀ। ਪਾਕਿਸਤਾਨ ਆਪਣਾ ਬੰਗਲਾਦੇਸ਼ ਨੂੰ, ਈਸਟ ਪਾਕਿਸਤਾਨ ਨੂੰ ਸੈਪਰੇਟ ਤੁਸੀਂ ਕਰ ਦਿੱਤਾ। ਸਿਆਸਤਦਾਨਾਂ ਨੂੰ ਤੁਸੀਂ ਫਾਇਲ ਲਾ ਦਿੱਤਾ। ਮਤਲਬ ਤੁਹਾਨੂੰ ਸ਼ਰਮ ਨਹੀਂ ਆਉਂਦੀ ਕਿ ਤੁਹਾਨੂੰ ਬਾਅਦ ਵਿੱਚ ਕੋਰਟ ਪੇ ਕਹਿੰਦੇ ਨੇ ਕਿ ਨਜਾਇਜ਼ ਕਤਲ ਤੁਸੀਂ ਕੀਤੇ ਨੇ, ਅਦਾਲਤੀ ਕਤਲ ਤੁਸੀਂ ਕੀਤੇ ਨੇ। ਪਤਾ ਨਹੀਂ। ਇਹ ਵੇਖੋ ਨਾ ਮੀਰ ਸਾਹਿਬ, ਜਿਹੜੇ ਤੁਸੀਂ ਗੱਲ ਕਰ ਰਹੇ ਹੋ, ਜਿਹੜੇ ਉਹਨਾਂ ਦੇ ਥੰਬਨੇਲਸ ਨੇ, ਇਹ ਆਵਾਮ ਨੂੰ ਡਰਾਣੇ ਵਾਲੇ ਨੇ। ਇਹ ਉਸ ਅਦਾਰੇ ਕੋਲੋਂ ਡਰੋ। ਕਿਉਂ ਅਸੀਂ ਡਰੀਏ? ਉਹ ਸਾਡੇ ਚੋਂ ਨੇ, ਅਸੀਂ ਉਹਨਾਂ ਦੇ ਵਿੱਚੋਂ। ਅਸੀਂ ਜੋ ਸਾਡੇ ਕੋਲ ਨਹੀਂ ਡਰਦੇ ਤੇ ਅਸੀਂ ਉਹਨਾਂ ਕੋਲ ਕਿਉਂ ਡਰੀਏ? ਵਾਈ? ਔਰ ਵੈਸੇ ਉਹਨਾਂ ਦਾ ਖੋ ਕੀ ਲਿਆ? ਵੈਸੇ ਵੀ ਇਸ ਸਮਾਜ ਦੇ ਲੋਕ ਨੇ ਨਾ, ਰਿਸ਼ਤੇਦਾਰ, ਬਿਲਕੁਲ ਕੋਈ ਕਿਸੇ ਦਾ ਕੋਈ ਰਿਸ਼ਤੇਦਾਰ ਹੈ, ਕਿਸੇ ਦਾ ਕੋਈ। ਇਹ ਵੇਖੋ ਨਾ, ਇਹ ਡਰਾਉਣ ਲੱਗੇ ਨੇ ਜਿੰਨੇ ਇਸ ਕਿਸਮ ਦੇ ਸਾਫੀ ਨੇ ਇਹਨਾਂ ਦੇ। ਅੱਛਾ, ਡਰਾਨ ਤੋਂ ਇਲਾਵਾ ਮੈਨੂੰ ਪੂਰੀ ਗੱਲ ਕੰਪਲੀਟ ਕਰਨ ਦਿਓ। ਉਹ ਨਹੀਂ, ਤੁਸੀਂ ਜ਼ਿਆਦਾ ਮੈਂ ਨਹੀਂ ਇਹਨਾਂ ਕੋਲ ਡਰਦਾ। ਨਹੀਂ, ਤੁਸੀਂ ਇਸ ਲਈ ਨਹੀਂ ਡਰਦੇ ਨਾ, ਤੁਸੀਂ ਇੱਥੇ ਹੋ। ਮੈਂ ਮਾਨ ਨਾਲ ਉੱਥੇ ਵੀ ਸਦਾ ਨਹੀਂ ਡਰਦਾ। ਤੁਹਾਨੂੰ ਮੈਂ ਦੱਸਿਆ ਤੇ ਅਸੀਂ, ਮੈਂ ਪਹਿਲੀ ਵਾਰੀ ਜੇਲ੍ਹ ਚ ਗਿਆ, ਮੈਂ 17 ਸਾਲ ਦਾ। ਗੱਲ ਸਰ ਡਰਨ ਦੀ ਨਹੀਂ ਹੈਗੀ, ਗੱਲ ਹੈਗੀ ਗੱਲ ਕਰਨ ਦੀ। ਗੱਲ ਕੀਤੀ ਜਾਏ, ਭਾਵੇਂ ਤੁਸੀਂ ਇੱਥੇ ਹੋ, ਭਾਵੇਂ ਉੱਥੇ ਹੋਵੋ, ਉੱਥੋਂ ਦੇ ਵੀ ਲੋਕ ਕਰਦੇ ਨੇ। ਇਹ ਮਜ਼ਹਰ ਅਬਾਸ ਸਾਹਿਬ ਉੱਥੇ ਬੜੀ ਅੱਛੀ ਖੂਬਸੂਰਤ ਗੱਲਾਂ ਕੀਤੀਆਂ। ਆਮਦ ਮੀਰ ਸਾਹਿਬ ਦੇ ਜਿਸਮ ਵਿੱਚ 6 ਗੋਲੀਆਂ ਲੱਗੀਆਂ ਸਨ, 5 ਨਿਕਲੀਆਂ ਨੇ ਤੇ 1 ਗੋਲੀ ਉਹਨਾਂ ਦੇ ਹਾਲੇ ਵੀ ਅੰਦਰ ਹੈ। ਡਰੇ ਨਹੀਂ ਜੀ, ਨਹੀਂ ਡਰੇ।
ਔਰ ਇੱਥੇ ਇੱਕ ਬੇਵਕੂਫ ਆਦਮੀ ਕਹਿ ਰਿਹਾ ਸੀ ਕਿ ਜੀ ਉਹਨਾਂ ਨੂੰ ਗੋਲੀ ਵੱਜੀ ਵੀ ਸੀ ਤੇ ਫਿਰ ਉਹਨਾਂ ਨੂੰ ਮੈਂ ਉਹਨੂੰ ਦੱਸਿਆ, ਉਹਨੂੰ ਮੈਂ ਕਸਮ ਚੁੱਕ ਕੇ ਦੱਸਿਆ ਕਿ ਮੈਂ ਖੁਦ ਆਗਾ ਖਾਨ ਹਸਪਤਾਲ ਗਿਆ ਵਾਂ ਤੇ ਉੱਥੇ ਮੈਂ ਹਾਮਿਦ ਮੀਰ ਸਾਹਿਬ ਨੂੰ ਉਧੜਿਆਂ ਦੇਖਿਆ, ਸਾਰਾ ਇੱਥੋਂ ਬੈਲੀ ਤੋਂ ਲੈ ਕੇ ਤੇ ਗਲੇ ਤੱਕ ਸਾਰਾ ਹਾਮਿਦ ਮੀਰ ਸਟਿਚਸ ਲੱਗੇ। ਮੀਸਾ ਇਹ ਜਿਹੜੇ ਲੋਕ ਹੁੰਦੇ ਨੇ ਨਾ, ਇਸ ਕਿਸਮ ਦੇ ਲੋਕ, ਇਹ ਹਕੀਕਤ ਪਸੰਦ ਨਹੀਂ ਹੁੰਦੇ। ਇਹਨਾਂ ਨੇ ਇੱਕ ਮਾਈਂਡ ਸੈਟ ਹੁੰਦਾ, ਇਹਨਾਂ ਦਾ ਲਿਮਟਿਡ ਨੌਲੇਜ ਹੁੰਦਾ ਮੁਆਸ਼ਰੇ ਦੇ ਬਾਰੇ, ਤੇ ਉਹਨਾਂ ਨੇ ਇੱਕ ਸੋਚ ਦੇ ਮੁਤਾਬਕ ਚੱਲਣਾ ਹੁੰਦਾ। ਦੇਖੋ ਜਿਹੜੀ ਰਿਐਲਿਟੀ ਹੈ, ਮੈਂ ਨਹੀਂ ਪੜ੍ਹੀ ਅਮਨਵੀਰ ਸਾਹਿਬ ਦੀ ਟਵੀਟ, ਲੇਕਿਨ ਮੈਂ ਉਹਨਾਂ ਨੂੰ ਮਜ਼ਰ ਅਬਾਸ ਸਾਹਿਬ ਨੂੰ ਸੁਣਿਆ ਜੀ, ਔਰ ਉਹਨਾਂ ਨੇ ਬੜੀਆਂ ਖੂਬਸੂਰਤ ਗੱਲਾਂ ਕੀਤੀਆਂ ਨੇ ਔਰ ਦਲਾਇਲ ਨਾਲ ਕੀਤੀਆਂ ਨੇ, ਔਰ ਉਹਨਾਂ ਦੀਆਂ ਕੀਤੀਆਂ ਗੱਲਾਂ ਇੱਕ ਵੀ ਕੋਈ ਉੱਥੇ ਸਾਹਬੀ ਬੈਠਿਆ ਚੈਲੰਜ ਕਰਦਾ। ਠੀਕ, ਕਿਸੇ ਨੇ ਕੀਤੀ ਚੈਲੰਜ? ਨਹੀਂ ਹੋ ਹੀ ਨਹੀਂ ਸਕਦੀ, ਕਿਸੇ ਨੇ ਹੋਈ ਨਹੀਂ। ਹਕੀਕਤ ਤੇ ਮਬਨੀ ਗੱਲ ਕਰ ਰਹੇ ਸੀ, ਗੱਲ ਕਰ ਰਹੇ ਨੇ, ਯੂ نو। ਤੇ ਆਓ ਨਾ ਜਰਾ ਬਾਹਰ ਤੇ ਆਓ, ਜਰਾ ਮੈਦਾਨ ਵਿੱਚ ਆਓ। ਚਲੋ ਤੇ ਮੀਰ ਸਾਹਿਬ, ਤੁਸੀਂ ਕੀ ਫਿਰ ਤਾਸਰ ਕੀ ਹੈ ਤੁਹਾਡਾ ਪਾਕਿਸਤਾਨ ਦਾ ਜਿਹੜਾ ਇੰਟੈਲੀਜੈਂਸੀਆ ਹੈ, ਉਹ ਆਪਣਾ ਜਿਹੜਾ ਇੱਕ ਇਖਲਾਕੀ ਔਰ ਸਹੀ ਮਾਇਨੇ ਚ ਉਹਦਾ ਰੋਲ ਹੋਣਾ ਚਾਹੀਦਾ ਉਹ ਅਦਾ ਕਰ ਰਿਹਾ ਹੈ? ਮੇਰਾ ਨਹੀਂ ਖਿਆਲ ਮੀਰ ਸਾਹਿਬ ਅਖਲਾਕੀ ਨੂੰ ਤੇ ਛੱਡ ਦਿਓ, ਉਹ ਬੜੀ ਬਾਤ ਦੀ ਗੱਲ ਹੈ। ਉਹਨਾਂ ਨੂੰ ਆਪਣਾ ਆਇਨੀ ਔਰ ਕਾਨੂੰਨੀ ਰੋਲ ਅਦਾ ਕਰਨਾ ਚਾਹੀਦਾ। ਵਾਹ, ਯੂ نو, ਉਹ ਅਸੀਂ ਉਸ ਦਿਨ ਵੀ ਗੱਲ ਕੀਤੀ ਸੀ ਜੀ ਕਿ ਅਗਰ ਤੁਸੀਂ ਸੂਬੇ ਬਣਾਣੇ ਹੀ ਨੇ ਜੀ ਤੇ ਆਇਨ ਦਾ ਆਰਟੀਕਲ 239 ਪੜ੍ਹ ਲਓ, ਉਹਦੇ ਮੁਤਾਬਕ ਬਣਾ ਲਓ ਜੀ। ਅਗਰ ਆਵਾਮ ਚਾਹੁੰਦੇ ਨੇ ਬਣਨ ਦੇ, ਪਾਰਲੀਮੈਂਟਸ ਜਿਹੜੀਆਂ ਨੇ ਸੂਬਾਈ ਅਸੈਂਬਲੀਆਂ ਦੋ ਢਾਈ ਅਕਸਰੀਅਤ ਦੇ ਨਾਲ ਆਪਣੀ ਰਾਏ ਦੇ ਦਿੰਦੀ, ਯਾਨੀ ਪੰਜਾਬ ਅਸੈਂਬਲੀ ਤੇ ਪੰਜਾਬ ਅਸੈਂਬਲੀ ਜਾਂ ਫਿਰ ਕੌਮੀ ਅਸੈਂਬਲੀ, ਫਿਰ ਸੈਨੇਟ 2/2 ਉਹਦੇ ਚ ਹੋਣਾ ਹੈ। ਆਰਟੀਕਲ 239 ਵੈਰੀ ਕਲੀਅਰ ਹੈ। ਅਗਰ ਕੋਈ ਸਾਫੀ ਇਸ ਕਿਸਮ ਦੀਆਂ ਗੱਲਾਂ ਕਰਦਾ ਜਿਹੜੀਆਂ ਅਸਾਂ ਪਹਿਲਾਂ ਕੀਤੀਆਂ ਨੇ, ਫੈਸਲਾ ਕਰ ਲਿਆ ਗਿਆ, ਉਹਨੇ ਫੈਸਲਾ ਕਰ ਲਿਆ ਗਿਆ, ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਇਨ ਨੂੰ ਪੜ੍ਹਨ। ਪਾਕਿਸਤਾਨ ਦੇ ਅੰਦਰ ਰਹਿਣਾ ਨੇ, ਮੈਂ ਅਮਰੀਕਾ ਦੇ ਚ ਰਹਿਣਾ, ਮੈਂ ਕਦੀ ਕਾਨੂੰਨ ਨੂੰ ਤੋੜਨ ਦੀ ਕੋਸ਼ਿਸ਼ ਨਹੀਂ ਕੀਤੀ। ਅਗਰ ਟੁੱਟ ਵੀ ਜਾਏ, ਕੋਈ ਡਰਾਈਵਿੰਗ ਦਾ ਵਾਇਲੇਸ਼ਨ ਹੋ ਜਾਏ, ਅਗਲੇ ਫਾਈਨ ਕਰਦੇ ਨੇ। ਵੈਸੇ ਵੀ ਇਹਨਾਂ ਲੋਕਾਂ ਨੂੰ ਵੀ ਫਾਈਨ ਹੋਣਾ ਚਾਹੀਦਾ। ਵੈਸੇ ਵੀ ਮੀਰ ਸਾਹਿਬ, ਕਿਸੇ ਜਰਨਲਿਸਟ ਦੀ ਜ਼ੁਬਾਨ ਨਹੀਂ ਹੋਣੀ ਚਾਹੀਦੀ ਕਿ ਜੀ ਫੈਸਲਾ ਕਰ ਲਿਆ ਗਿਆ ਜੀ, ਉਹ ਤਰਜਮਾਨ ਥੋੜੀ ਹੁੰਦਾ ਹੈ। ਬਿਲਕੁਲ, ਇਹ ਵਕਤ ਜਿਹੜੀ ਹਕੂਮਤ ਹੈ, ਸੇਲਜ਼ਮੈਨ, ਉਹਦੀ ਡਿਊਟੀ ਹੈ ਕਿ ਜਿਹੜੇ ਲੋਕ ਗੈਰ ਆਇਨੀ ਪ੍ਰੋਪੇਗੈਂਡਾ ਕਰਦੇ ਨੇ ਉਹਨਾਂ ਦੇ ਖਿਲਾਫ ਕਾਨੂੰਨੀ ਚਾਰਾਜੋਈ ਹੋਣੀ ਚਾਹੀਦੀ। ਕੌਣ ਕਰੇ? ਹਕੂਮਤ ਵਕਤ, ਪ੍ਰਾਈਮ ਮਿਨਿਸਟਰ, ਸੂਬਾ ਪੰਜਾਬ ਦੀ ਚੀਫ ਮਿਨਿਸਟਰ, ਕਿੰਨਾ ਦੀ ਕੀ ਡਿਊਟੀ ਉਹਨੂੰ ਲੈਣਾ ਚਾਹੀਦਾ। ਅਗਰ ਨਹੀਂ ਉਹ ਕਰਦੇ ਤੇ ਇਹਦਾ ਮਤਲਬ ਹੈ ਉਹ ਖੁਦ ਕੰਪਲਿਸਿਟ ਨੇ। ਉਹ ਪੰਜਾਬ ਵਿੱਚ ਕੀ ਕਾਰਲ ਮਾਰਕਸ ਦੀ ਹਕੂਮਤ ਹੈ? ਮੈਂ ਇਹ ਨਹੀਂ ਕਹਿ ਰਿਹਾ। ਆਇਨ ਤੇ ਕਾਨੂੰਨ ਜਿਹੜਾ ਬਣਾਇਆ ਗਿਆ ਪਾਕਿਸਤਾਨ ਦਾ, ਉਹ ਅਸੈਂਬਲੀਆਂ ਨੇ ਬਣਾਇਆ। ਉਹਦੇ ਤੇ ਮੀਆਂ ਨਵਾਜ਼ ਸ਼ਰੀਫ ਦੇ ਸਾਈਨ ਨੇ 68ਵੀਂ ਤਰਮੀਮ ਦੇ ਉੱਤੇ। ਮੁਸਲਿਮ ਲੀਗ ਦੇ ਸਾਈਨ ਸਨ 1973 ਦੇ ਆਇਨ ਦੇ ਉੱਤੇ, ਯੂ نو। ਤੇ ਇਹਨਾਂ ਨੇ ਹਲਫ ਕੀ ਉਠਾਉਂਦੇ ਨੇ, ਅਸੀਂ ਆਇਨ ਦੇ ਪਾਬੰਦ ਰਹਾਂਗੇ। ਅਗਰ ਪਾਬੰਦ ਨਹੀਂ ਰਹਿੰਦੇ ਤੇ ਇਹਦਾ ਮਤਲਬ ਇਹ ਵੀ ਖੁਦ ਜ਼ਿੰਮੇਦਾਰ ਨੇ। ਅੱਛਾ ਮੀਰ ਸਾਹਿਬ, ਵੈਸੇ ਅਗਰ ਇਹਦਾ ਐਨਾਲਿਸਿਸ ਕੀਤਾ ਜਾਏ, ਤੁਸੀਂ ਇੱਕ ਫਰਜ਼ ਕਰੋ, ਇੱਕ ਬਹੁਤ ਸ਼ਦੀਦ ਇੰਟੈਂਸ ਕਿਸਮ ਦੇ ਡੈਮੋਕ੍ਰੈਟਿਕ ਨਹੀਂ ਵੀ ਹੈਗੇ ਜੀ, ਇੱਕ ਆਮ ਕਾਰੋਬਾਰੀ ਹੋ, ਮਤਲਬ ਉੱਥੇ ਪੱਖੀਆਂ ਦਾ ਕਾਰੋਬਾਰ ਹੈ ਤੁਹਾਡਾ ਪਾਕਿਸਤਾਨ ਵਿੱਚ ਜੀ, ਜਾਂ ਤੁਸੀਂ ਦਰੀਆਂ ਵੇਚਦੇ ਹੋ, ਹੈ ਜੀ, ਤੇ ਇੱਕ ਆਮ ਬੰਦੇ ਨੂੰ ਕਿਸ ਤਰ੍ਹਾਂ ਕੀ ਸੌਦਾ ਵੇਚ ਕੀ ਰਹੇ ਨੇ ਕਿ ਕੀ ਹੋਏਗਾ ਜਦੋਂ ਸੂਬੇ ਬਣ ਜਾਣਗੇ ਤੇ ਫਿਰ ਬਿਜਲੀ ਸਸਤੀ ਹੋ ਜਾਏਗੀ, ਫਿਰ ਰੋਜ਼ਗਾਰ ਹੋ ਜਾਏਗਾ, ਫਿਰ ਥਾਣੇ ਕਚਹਿਰੀ ਚ ਉਹਦੀ ਸੁਣਵਾਈ ਹੋ ਜਾਏਗੀ, ਬੱਚਿਆਂ ਨੂੰ ਨੌਕਰੀਆਂ ਮਿਲ ਜਾਣਗੀਆਂ, ਕੀ ਹੋਏਗਾ? ਕੀ ਮਸਲਾ ਕੀ ਵੇਚ ਕੀ ਰਹੇ ਨੇ? ਅਸਲ ਗੱਲ ਹੀ ਹੈ ਵੇ ਕਿ ਜਿਹੜੇ ਮਸਾਇਲ ਨੇ ਉਹਨਾਂ ਤੋਂ ਤਵੱਜੋ ਹਟਾਈ ਜਾ ਰਹੀ। ਅਸਲ ਜਿਹੜਾ ਆਮ ਬੰਦੇ ਦੇ ਮਸਲੇ ਮਸਾਇਲ ਨੇ ਉਹਨਾਂ ਤੋਂ ਇਹ ਤਵੱਜੋ ਹਟਾ ਰਹੇ ਨੇ, ਨਵੀਂ ਗੱਲ ਦੇ ਦਿੰਦੇ ਨੇ। ਮੈਂ ਤੁਹਾਨੂੰ ਉਸ ਦਿਨ ਵੀ ਕਿਹਾ ਸੀ ਇਸ ਵਕਤ ਇਹ ਗੱਲ ਕਿਉਂ ਆਈ। there is something behind the scene, ਇਹਦੇ ਪਿੱਛੇ ਕੋਈ ਗੱਲ ਹੈ ਜਿਹਦੀ ਵਜ੍ਹਾ ਤੋਂ ਇਹ ਗੱਲ ਕੀਤੀ ਜਾ ਰਹੀ। ਉਹਨਾਂ ਨੇ ਉਹ ਕਹਿੰਦਾ ਜਦੋਂ 26ਵੀਂ ਤਰਮੀਮ ਹੋਣੀ ਸੀ, ਕਿੰਨੇ ਪ੍ਰੋਪੇਗੈਂਡੇ ਹੋਏ ਸਨ, ਗੱਲ ਹੋਰ ਕਰਨੇ ਸਨ, ਮਨਵਾਉਣਾ ਕੁਝ ਹੋਰ ਚਾਹ ਰਹੇ ਸਨ। ਮੈਂ ਤੇ ਤੁਹਾਨੂੰ ਉਸ ਦਿਨ ਵੀ ਕਿਹਾ ਸੀ ਕਿ ਇਹ NFC ਅਵਾਰਡ ਨੂੰ
ਰਿਵਰਸ ਕਰਨਾ ਚਾਹੁੰਦੇ ਨੇ, ਉਹ ਵਾਪਸ ਲੈਣਾ ਚਾਹੁੰਦੇ ਨੇ, ਤਾਂ ਇਹ ਛੋਟੇ ਛੋਟੇ ਯੂਨਿਟਸ ਬਣਾ ਕੇ ਉਹਨਾਂ ਦੀ ਜਿਹੜੀ ਮੁਆਸ਼ੀ ਕੂਵਤ ਹੈ ਉਹਨੂੰ ਕਮਜ਼ੋਰ ਕਰਨਾ ਚਾਹੁੰਦੇ ਨੇ, ਔਰ ਉਹਨੂੰ ਇਹ ਟੈਕਲ ਕਰ ਲੈਂਦੇ ਬਹੁਤਿਆਂ ਨੂੰ। ਜਿਹੜੇ ਵੱਡੇ ਸੂਬੇ ਨੇ ਉਹਨਾਂ ਦੇ ਕੋਲ ਇੱਕ ਸਿਆਸੀ ਹੈਸੀਅਤ ਹੈ ਜੀ, ਉਹ ਆਵਾਮ ਨੇ ਉਹਨਾਂ ਨੂੰ ਵੋਟ ਦਿੱਤੇ ਹੈ। ਕਿਹੜਾ ਸੂਬਾ ਤੁਹਾਡਾ ਖਿਆਲ ਹੈ ਕਿ ਟਫ ਟਾਈਮ ਦੇਗਾ ਜਾਂ ਰੈਜ਼ਿਸਟ ਕਰੇਗਾ, ਜਾਂ ਮਤਲਬ ਕਿੱਥੇ ਮੁਸ਼ਕਿਲ ਹੋਏਗਾ, ਕਿੱਥੇ ਆਸਾਨ ਹੋਏਗਾ? सूबा सिंध नंबर 1, मुश्किल, बलोचिस्तान नंबर 2 मुश्किल जी, त्रीजे नंबर ते हो सकता है मे भी मैं 100 50 जावांगा ਉਹ ਪੰਜਾਬ ਹੈ। अच्छा, ਤੇ ਉਹ ਜਿਹੜਾ ਸੂਬਾ ਖੈਬਰ ਪਖਤੂਨਖਵਾ ਜੀ ਉਹ ਕੰਪਰੋਮਾਈਜ਼ ਹੈ, ਉਹਨਾਂ ਦੀ ਪਾਲਿਸੀ ਹੈ, ਕਿਉਂਕਿ ਉਹ ਪਹਿਲਾਂ ਉਹ ਜਿਹੜਾ ਉਹਨਾਂ ਨੇ ਇਮਰਾਨ ਖਾਨ ਸਾਹਿਬ ਨੇ ਸੂਬੇ ਦੇ ਬਾਰੇ ਗੱਲ ਕੀਤੀ ਸੀ, ਹੀ ਵਾਸ ਕੰਪਰੋਮਾਈਜ਼। ਨਹੀਂ, ਇਮਰਾਨ ਖਾਨ ਸਾਹਿਬ ਨੇ ਕੀ ਕਿਹਾ ਸੀ ਕਿ ਸੂਬੇ ਬਣਨੇ ਚਾਹੀਦੇ। ਹਾਂਜੀ, ਅੱਛਾ, ਹਾਂ। ਤੇ ਉਹਦੇ ਬਾਅਦ ਫਿਰ ਇਹਦਾ ਮਤਲਬ ਹੈ ਕਿ ਅਗਰ ਖਾਨ ਸਾਹਿਬ ਇਸ ਹੱਕ ਚ ਨੇ ਤੇ ਫਿਰ ਇਹਦਾ ਮਤਲਬ ਹੈ ਖਾਨ ਸਾਹਿਬ ਦੀ ਜਿਹੜੀ ਰਿਹਾਈ ਹੈ ਉਹ ਵੀ ਮੁਮਕਿਨ ਹੋ ਸਕੇਗੀ। देखो, there is nothing impossible। ਉਹ ਪਾਕਿਸਤਾਨ ਜਿਵੇਂ ਵੇਖੋ ਨਾ ਮੀਰ ਸਾਹਿਬ, ਮੈਂ ਤੁਹਾਨੂੰ ਇੱਕ ਛੋਟਾ ਜਿਹਾ ਆਂਦੇ ਤੋਂ ਮੈਂ ਵਾਕਿਆ ਸੁਣਾ ਦਿੰਦਾ। ਜਿਹੜਾ ਗੈਰ ਫਿਤਰਤੀ ਇਤਿਹਾਦ ਹੁੰਦੇ ਨੇ ਜੀ, ਉਹ 1990 ਦੇ ਵਿੱਚ ਜਰਮਨੀ ਦੇ ਵਿੱਚ ਇਲੈਕਸ਼ਨ ਹੋਏ ਤੇ ਉਹਦਾ ਇੱਕ ਸੂਬਾ ਬਾਇਰਨ ਜੀ, ਬਾਇਰਨ ਦੇ ਵਿੱਚ ਪਹਿਲੀ ਵਾਰੀ ਦੁਨੀਆ ਤੇ ਗੈਰ ਫਿਤਰਤੀ ਇਤਿਹਾਦ ਹੋਇਆ। ਉੱਥੇ ਦੀ CDU ਜਿਹੜੀ ਜੇ ਕ੍ਰਿਸਚੀਅਨ ਡੈਮੋਕ੍ਰੇਟਸ ਪਾਰਟੀ ਸੀ, ਜਿਹੜੀ ਸਮਝ ਲਓ ਪਾਕਿਸਤਾਨ ਦੀ ਜਮਾਤ ਇਸਲਾਮੀ ਹੈ ਜੀ, ਦੂਸਰੇ ਸਾਈਡ ਤੇ ਸੀ ਗਰੂਨੇ ਪਾਰਟੀ ਹੋਵੇ ਜਿਹੜੀ ਉੱਥੇ ਦੀ ਪਾਕਿਸਤਾਨ ਦੀ ਸਮਝ ਲਓ ਜਿਹੜੀ ਲੈਫਟਿਸਟ ਪਾਰਟੀ ਹੋਵੇ ਜੀ। ਉਹਨਾਂ ਨੇ ਹਕੂਮਤ ਬਣਾਉਣੇ ਵਾਸਤੇ ਪਹਿਲਾ ਇਤਿਹਾਦ ਇਸ ਵਾਸਤੇ ਕੀਤਾ, ਉਹਨਾਂ ਆਖਿਆ ਹੁਣ ਸੋਸ਼ਲਿਜ਼ਮ ਖਤਮ ਹੋ ਚੁੱਕਿਆ ਤੇ ਇਮਰਾਨ ਖਾਨ ਦਾ ਬਾਹਰ ਆਉਣਾ ਕੋਈ ਜੂਬਾ ਨਹੀਂ ਹੋਣਾ, ਗੈਰ ਫਿਤਰਤੀ ਨਹੀਂ ਹੋਣਾ। ਇਹ ਇੱਕ ਫਿਤਰਤੀ ਹੈ। ਜਿਹੜੀਆਂ ਗੱਲਾਂ ਅਸੀਂ ਪ੍ਰੋਪੋਗੈਂਡ, ਜਿਹੜੇ ਮੁਆਸ਼ੀ ਮਫਾਦਾਤ ਹੁੰਦੇ ਨੇ, ਜਿਹੜੇ ਸਿਆਸੀ ਮਫਾਦਾਤ ਹੁੰਦੇ ਨੇ, ਇਹ ਜਿਹੜੀਆਂ ਪਰਸਨਲ ਗੱਲਾਂ ਹੁੰਦੀਆਂ ਨੇ ਇਹਨਾਂ ਤੋਂ ਬਹੁਤ ਅਬਾਬ ਹੁੰਦੇ ਨੇ। ਮੈਂ ਨਹੀਂ ਸਮਝਦਾ ਕਿ ਇਹ ਨਹੀਂ ਹੋ ਸਕਦਾ। ਹਾਂ, ਉਹ ਅਗਰ ਵੈਸੇ ਵੀ ਕਾਨੂੰਨ ਦੇ ਮੁਤਾਬਕ ਉਹਨਾਂ ਨੂੰ ਮਿਲਣੀ ਚਾਹੀਦੀ ਹੈ। ਜੋ ਵੀ ਅਸੀਂ ਆਇਨ ਦੇ ਕਾਨੂੰਨ ਦੀ ਅੱਗੇ ਅਸੀਂ ਗੱਲ ਕਰਦੇ ਉਹਨਾਂ ਤੋਂ ਪਹਿਲਾਂ ਤੇ ਮੈਂ ਹਮੇਸ਼ਾ ਕਹਿੰਦਾ ਕਿ ਜਿਨ੍ਹਾਂ ਨੇ ਕਾਨੂੰਨ ਤੋੜਿਆ, ਆਇਨ ਤੋੜਿਆ, ਉਹਨਾਂ ਨੂੰ ਪਹਿਲਾਂ ਗ੍ਰਿਫਤ ਚ ਲੈਣਾ ਚਾਹੀਦਾ ਹੈ। ਉਹਦੇ ਬਾਅਦ ਖਾਨ ਸਾਹਿਬ ਨੂੰ ਵੀ ਲੈਣ। ਬਿਲਕੁਲ ਸਹੀ। ਖਾਨ ਸਾਹਿਬ ਲਈ ਕਾਨੂੰਨ ਹੋਰ ਹੋਵੇ, ਦੂਸਰਿਆਂ ਲਈ ਕੋਈ ਕਾਨੂੰਨ ਹੋਰ ਹੋਵੇ। ਤੇ ਅੱਛਾ ਸਰ, ਨਾ ਇੱਕ ਮੈਂ ਨਹੀਂ, ਮੈਂ ਇੱਕ ਗੱਲ ਵਿੱਚ ਐਡ ਕਰਨਾ ਚਾਹੁੰਦਾ। ਉਹਨਾਂ ਕੁਝ ਇੱਕ ਕਿੰਨੇ ਆਖਿਆ, ਮੋਹਸਨ ਨਕਵੀ ਨੇ ਕਿਹਾ ਕਿ ਉਹਨਾਂ ਨੂੰ ਉਂਗਲੀ ਮਰੋੜਨੀ ਵੀ ਆਉਂਦੀ। ਮੈਂ ਡਾਇਰੈਕਟਲੀ ਉਹ ਕਲਿੱਪ ਦੇਖਿਆ ਨਹੀਂ। ਤੇ ਉਹ ਮੇਰਾ ਮੈਸੇਜ ਉਹਨਾਂ ਨੂੰ ਇਹ ਵੇ ਕਿ ਆਰਟੀਕਲ 6 ਵੀ ਆਇੰਦਾ ਪੜ੍ਹ ਲੈਣ। ਮੋਹਸਨ ਨਕਵੀ ਸਾਹਿਬ ਪੜ੍ਹ ਲੈਣ। ਉਹਨਾਂ ਨੂੰ ਪੜ੍ਹਨਾ ਚਾਹੀਦਾ ਔਰ ਪੜ੍ਹ ਕੇ ਬਿਆਨ ਦੇਣਾ ਚਾਹੀਦਾ ਸੀ। ਪ੍ਰਿੰਸੀਪਲੀ ਤੇ ਤੁਸੀਂ ਬਿਲਕੁਲ ਠੀਕ। ਅੱਛਾ, ਪਸ਼ੀਨ ਗੋਈ ਕੀ ਕਰਦੇ ਹੋ ਤੁਸੀਂ ਕਿ ਪਾਕਿਸਤਾਨ ਵਿੱਚ ਕਿਆ ਤੇ ਕਾਲਾ ਬਾਗ ਡੈਮ ਵੀ ਤੇ ਨਹੀਂ ਸੀ ਨਾ ਬਣਿਆ, ਉਹ ਵੀ ਅੱਛਾ ਮੁਸ਼ਰਫ ਨੇ ਵੀ ਬੜਾ ਜ਼ੋਰ ਲਾਇਆ ਔਰ ਕਾਲਾ ਬਾਗ ਡੈਮ ਨਹੀਂ ਸੀ ਬਣਨ ਦਿੱਤਾ ਗਿਆ। क्या एस्टैब्लिशमेंट चाहती सी कि काला बाग डैम बने और ना बने, और हुण भी क्या सिर्फ नारा है या बनाए भी जाएंगे सूबे? क्योंकि खजाने उधार लैके बनने देखो ना, बनाने वाला ते तसव्वुर दी गल ते तुहानू पता किहड़ी अग लगनी, यू नो उस वेले रोक लिया गया, मोहतरमा बेनजीर नू शहीद किया जो वेले गया ਤੇ ਅਸਲ ਵਿੱਚ ਜ਼ਰਦਾਰੀ ਨੇ ਕਿਹਾ ਪਾਕਿਸਤਾਨ ਖਪੇ। ਤੇ ਜੇ ਸੂਬੇ ਤਰੋੜਨੇ ਦੀ ਗੱਲ ਕੀਤੀ ਤੇ ਕਿਆ ਪੀਪਲਸ ਪਾਰਟੀ ਦੇ ਵਰਕਰਾਂ ਨੇ ਸੁਣਨੀ ਇਹ ਗੱਲ ਪਾਕਿਸਤਾਨ ਖਪੇ? ਅਸੀਂ ਤੇ ਚਾਹੁੰਦੇ ਹਾਂ ਖਪੇ, ਅਸੀਂ ਤੇ ਇੰਨੀਆਂ ਵੱਡੀਆਂ ਸ਼ਹਾਦਤਾਂ ਕਬੂਲ ਕਰ ਲਈ। ਇਹ ਇਸ ਜਿਹੜੀ ਸਾਲਮੀਅਤ ਹੁੰਦੀ ਹੈ, ਮੁਲਕੀ ਸਾਲਮੀਅਤ, ਉਹਦੇ ਤੇ ਕੰਪਰੋਮਾਈਜ਼ ਨਹੀਂ ਹੁੰਦਾ ਜੀ, ਯੂ ਨੋ। ਔਰ ਸਿਆਸੀ ਤੌਰ ਤੇ ਕਰਨਾ ਵੀ ਨਹੀਂ ਚਾਹੀਦਾ। ਅਗਰ ਕਰਦੇ ਹੋ ਤੇ ਤੁਸੀਂ ਖੁਦ ਉਸ ਚੀਜ਼ ਦੇ ਹਿੱਸੇਦਾਰ ਬਣ ਜਾਂਦੇ ਹੋ। तो मीर साहब की पैगाम की पाकिस्तान दियां अरबाब इख्तियार नू, आवाम नू, पब्लिक नू, इंटैलीजेंसिया नू कि की उहदा रोल होना चाहिए, और क्या सूबे छोटे छोटे 37 सूबे जिहड़े नजम सेठी साहब जिन्हां दे ब्रांड एंबेसडर बन गए ने, वो बन रहे ने या नहीं बनणगे?
ਦੇਖੋ ਇਹ ਖਾਮ ਖਿਆਲੀ ਉਹਨਾਂ ਦੀ ਮੈਂ ਨਹੀਂ ਸਮਝਦਾ ਕਿ ਨਜਮ ਸੇਠੀ ਦਾ ਆਪਣਾ ਬਿਆਨ ਇਹ ਉਹਨਾਂ ਨੂੰ ਦੱਸਿਆ ਗਿਆ ਹੋਣਾ ਪਿੱਛੋਂ ਔਰ ਉਹਨਾਂ ਨੇ ਅੱਗੇ ਡਿਲੀਵਰ ਕਰ ਦਿੱਤਾ ਇਹ ਹੀ ਉਹਨਾਂ ਦੀ ਡਿਊਟੀ ਜੀ ਲੇਕਿਨ ਪਾਕਿਸਤਾਨ ਦੇ ਆਵਾਮ ਬੜੇ ਬਾਸ਼ਾਉਰ ਨੇ ਉਹਨਾਂ ਨੂੰ ਪਤਾ ਹੈ ਕਿ ਕਿਹੜੇ ਮਸਾਇਲ ਦੇ ਵਿੱਚੋਂ ਗੁਜ਼ਰ ਰਹੇ ਨੇ ਔਰ ਆਇੰਦਾ ਆਉਣੇ ਵਾਲੇ ਜਿਹੜੇ ਫੇਅਰ ਇਲੈਕਸ਼ਨਸ ਹੋਣ ਉਹਦੇ ਵਿੱਚ ਆਪਣੇ ਹਰ ਉਸ ਬੰਦੇ ਨੂੰ ਵੋਟ ਦੇਣ ਜਿਹੜਾ ਸਮਝਦੇ ਹੋਣ ਕਿ ਇਹਨਾਂ ਦਾ ਮਸਾਇਲ ਹੱਲ ਕਰ ਸਕਦਾ ਹੈ ਔਰ ਇਹਨਾਂ ਦੀ ਕਲਾਸ ਦਾ ਹੈ ਔਰ ਇਹਨਾਂ ਦੇ ਤਬਕੇ ਦਾ ਹੈ ਔਰ ਤੁਹਾਡੇ ਤਬਕੇ ਦਾ ਹੀ ਬੰਦਾ ਤੁਹਾਡੇ ਮਸਾਇਲ ਹੱਲ ਕਰ ਸਕਦਾ ਹੈ ਦੂਸਰੇ ਤਬਕੇ ਦਾ ਬੰਦਾ ਤੁਹਾਡੇ ਮਸਾਇਲ ਹੱਲ ਨਹੀਂ ਕਰ ਸਕਦਾ ਜਾਂ ਵੇਖਣਾ ਚਾਹੀਦਾ ਹੈ ਕਿ ਕਿਸੇ ਵੀ ਪੋਲੀਟੀਕਲ ਪਾਰਟੀ ਦਾ ਮੁਆਸ਼ੀ ਔਰ ਸਿਆਸੀ ਪ੍ਰੋਗਰਾਮ ਕੀ ਅਗਰ ਉਹ ਪ੍ਰੋਗਰਾਮ ਆਮ ਆਵਾਮ ਦੇ ਹੱਕ ਵਿੱਚ ਹੋਵੇ ਤੇ ਉਹਨੂੰ ਆਮ ਲੋਕਾਂ ਨੂੰ ਵੋਟ ਦੇਣੇ ਚਾਹੀਦੇ ਨੇ ਟਰੰਪ ਦੇ ਜਿਹੜੇ ਇਲੈਕਸ਼ਨ ਹੋ ਰਹੇ ਸਨ ਤੇ ਮੈਂ ਸਾਰਿਆਂ ਦੋਸਤਾਂ ਨੂੰ ਕਹਿੰਦਾ ਸਾਂ ਇਹਨੂੰ ਵੋਟ ਨਾ ਦਿਓ ਬੜਾ ਫਾਸ਼ਿਸਟ ਹੈ ਇਹ ਆਂਦਾ ਪਿਆ ਮੈਂ ਵਾਰ ਨਹੀਂ ਕਰਵਾਉਣੀ ਇਹਨੇ ਵਾਰਾਂ ਕਰਵਾਉਣੀਆਂ ਨੇ ਔਰ ਮੈਕਸਿਮਮ ਲੋਕਾਂ ਨੇ ਮੇਰਾ ਇਖਤਲਾਫ ਕੀਤਾ ਔਰ ਬਾਅਦ ਚ ਮੈਨੂੰ ਸਾਰਿਆਂ ਨੇ ਕਿਹਾ ਇਰਫਾਨ ਤੂੰ ਸਹੀ ਕਹਿੰਦਾ ਮੀਰ ਸਾਹਿਬ ਗੱਲ ਹੈ ਵੇ ਕਿ ਜਿਹੜਾ ਤੁਸੀਂ ਪੈਗਾਮ ਦੇ ਰਹੇ ਹੋ ਨਾ ਪਾਕਿਸਤਾਨੀਆਂ ਨੂੰ ਕਿ ਆਪਣੀ ਕਲਾਸ ਦੇ ਬੰਦੇ ਲਿਆਓ ਅੱਗੇ ਉਹਨਾਂ ਨੂੰ ਵੋਟ ਦਿਓ ਜੀ ਸਰ ਫਾਰਮ 47 ਜਿਹੜੀ ਇਹ ਐਸੀ ਹਕੀਕਤ ਹੈ ਉੱਥੇ 3-3 ਦਿਨ ਰਿਜ਼ਲਟ ਰੋਕ ਲੈਂਦੇ ਨੇ ਜਿਹੜੇ ਲੱਖਾਂ ਤੋਂ ਜਿੱਤ ਰਹੇ ਹੁੰਦੇ ਨੇ ਉਹਨਾਂ ਨੂੰ ਲੱਖਾਂ ਤੋਂ ਹਰਾ ਦਿੰਦੇ ਨੇ ਅੰਦਰ ਦੇ ਬਾਹਰ ਤੇ ਬਾਹਰ ਦੇ ਅੰਦਰ ਇਹ ਸਰ ਉੱਥੇ ਹਕੀਕਤਾਂ ਨੇ ਜਿਹੜੀਆਂ ਪ੍ਰੋਬਲਮ ਨੇ ਥਿਓਰੀਟਿਕਲੀ ਪਾਕਿਸਤਾਨ ਨਹੀਂ ਉੱਥੇ ਪ੍ਰੈਕਟੀਕਲੀ ਜਿਹੜਾ ਗਰਾਊਂਡ ਰਿਐਲਿਟੀਜ਼ ਨੇ ਉਹ ਬੜੀਆਂ ਜਿਹੜੀਆਂ ਨੇ ਜੀ ਹੋਰ ਨੇ ਨਹੀਂ ਇਲੈਕਸ਼ਨ ਚਲਾ ਰਹੇ ਇਤਜਾਜ ਵੋਟ ਦੇਣੀ ਨਾ ਕੋਈ ਜਾਏ ਵੋਟ ਇਹਨਾਂ ਨੇ ਵੋਟ ਉਹਦਾ ਸਵਾਲ ਤੁਸੀਂ 200 ਵੋਟ ਦੇ ਉਹਨਾਂ ਸਵਾਲ ਪੈਦਾ ਹੁੰਦਾ ਨਾ ਸਵਾਲ ਕਿ ਇਲੈਕਸ਼ਨ ਤੇ ਨਾ ਜਾਣ ਤੇ ਬੇਨਜ਼ੀਰ ਭੁੱਟੋ ਨੁਸਰਤ ਭੁੱਟੋ ਨੇ ਬਾਈਕਾਟ ਕੀਤਾ ਸੀ ਉਹਦੇ ਬਾਅਦ ਲੱਖਾਂ ਵਾਰੀ ਕਿਹਾ ਕਿ ਸਾਡੇ ਕੋਲ ਗਲਤੀ ਹੋਈ ਕਿ ਅਸੀਂ ਇਲੈਕਸ਼ਨ ਤੋਂ ਬਾਅਦ ਗੱਲ ਮੈਂ ਗੱਲ ਖਵਾਣੇ ਵਾਸਤੇ ਤੁਹਾਡੇ ਨਾਲ ਇਹ ਗੱਲ ਕੀਤੀ ਹੈ ਆਵਾਮ ਦਾ ਇਤਜਾਜ ਕੀ ਹੈ ਪੁਰਅਮਨ ਇਤਜਾਜ ਇਹ ਹੈ ਕਿ ਤੁਸੀਂ ਜਿਹੜੀ ਚੀਜ਼ ਨੂੰ ਪਸੰਦ ਨਹੀਂ ਕਰਦੇ ਨਫ਼ਰਤ ਕਰਦੇ ਮੈਂ ਇਸ ਹੱਕ 'ਚ ਨਹੀਂ ਕਿ ਵੋਟ ਨਹੀਂ ਦੇਣਾ ਚਾਹੀਦਾ ਬਾਈਕਾਟ ਕਰਨਾ ਚਾਹੀਦਾ ਹੁਣ ਕਸ਼ਮੀਰ ਦੇ ਵਿੱਚ ਵੀ ਇਲੈਕਸ਼ਨ ਹੋ ਰਹੇ ਨੇ ਜੀ ਮੈਂ ਕਸ਼ਮੀਰੀਆਂ ਦੇ ਹਕੂਕ ਦੇ ਨਾਲ ਜੀ ਲੇਕਿਨ ਮੈਂ ਚਾਹੁੰਦਾ ਉੱਥੇ ਵੀ ਬਾਈਕਾਟ ਨਾ ਹੋਵੇ ਲੇਕਿਨ ਜੇ ਚਾਰੇ ਬੰਨੇ ਤੁਹਾਡੀ ਗੱਲ ਨਹੀਂ ਸੁਣੀ ਜਾਂਦੀ what is the solution ਤੁਹਾਡੇ ਕੋਲ ਗਨ ਤੇ ਹੈ ਨਹੀਂ ਤੁਹਾਡੇ ਕੋਲ ਵੈਪਨ ਤੇ ਹੈ ਨਹੀਂ ਤੁਹਾਡੇ ਕੋਲ ਡੰਡਾ ਹੈ ਨਹੀਂ ਤੁਸੀਂ ਆਪਣੇ ਵੋਟ ਦਾ ਇਖਤਿਆਰ ਤੁਹਾਨੂੰ ਹੈ ਤੁਸੀਂ ਦੇਣਾ ਕਿ ਤੁਸੀਂ ਨਹੀਂ ਦੇਣਾ ਲੇਕਿਨ ਜਵਾਬ ਦਿਓ ਨਾ ਜੇ ਨੌਕਰੀਆਂ ਬਦਲ ਜਾਂਦੀਆਂ ਉਹਦਾ ਆਵਾਮ ਕੀ ਕਰੇ ਆਵਾਮ ਤੇ ਵੋਟ ਦਿੰਦੀ ਹੈ ਨਾ ਬਾਅਦ ਚੋਂ ਨਿਕਲਣੀ ਕਿਹੜੇ ਸਲੂਕੜੇ ਚੋਂ ਹੈ ਉਹਨੇ ਤੇ ਲਾ ਦਿੱਤਾ ਆਪਣੇ ਉਮੀਦਵਾਰ ਤੇ ਠੱਪਾ ਤੇ ਜਿਹਨੇ ਫਾਰਮ 47 ਜਿਨ੍ਹਾਂ ਨੇ ਛਾਪੇ ਨੇ ਉਹਨੂੰ ਆਵਾਮ ਕਿਸ ਤਰ੍ਹਾਂ ਕਾਊਂਟਰ ਕਰੇ ਨਹੀਂ ਇਹ ਜਿਹੜਾ ਨਾ ਤੁਹਾਡਾ ਇਲੈਕਸ਼ਨ ਕਮਿਸ਼ਨ ਉਹਦੇ ਅੰਦਰ ਇਸਲਾਹਤ ਆਉਣੀਆਂ ਚਾਹੀਦੀਆਂ ਤੁਹਾਨੂੰ ਉਹਨਾਂ ਨੂੰ ਅਗਰ ਤਬਦੀਲ ਕਰਨਾ ਪੈਂਦਾ ਮੈਂ ਸਮਝਦਾ ਪਾਕਿਸਤਾਨ ਪੀਪਲਸ ਪਾਰਟੀ ਦੀ ਅਗਰ ਹਕੂਮਤ ਆਉਂਦੀ ਹੈ ਤੇ ਉਹ ਮਸਟ ਜਿਹੜਾ ਮੇਰੀ ਰਿਕੁਐਸਟ ਵੀ ਹੋਵੇਗੀ ਮੇਰੀ ਅਪੀਲ ਹੈ ਉਹਨਾਂ ਅੱਗੇ ਅਗਰ ਪਾਕਿਸਤਾਨ ਪੀਪਲਸ ਪਾਰਟੀ ਦੀ ਫੈਡਰਲ ਗਵਰਨਮੈਂਟ ਬਣਦੀ ਹੈ ਤੇ ਉਹ ਇਸਲਾਹਤ ਲੈ ਕੇ ਆਉਣ ਇਲੈਕਸ਼ਨ ਕਮਿਸ਼ਨ ਦੇ ਅੰਦਰ ਔਰ ਉਹਨਾਂ ਦੇ ਪਾਕਿਸਤਾਨ ਪੀਪਲਸ ਪਾਰਟੀ ਨੂੰ ਭੁੱਟੋ ਸ਼ਹੀਦ ਦੀ ਕੁਰਬਾਨੀ ਤੇ ਇਲੈਕਸ਼ਨ ਮਿਲਦਾ ਤੇ ਨਾਲ ਸਦਰ ਸਾਥ ਵੀ ਮਿਲ ਜਾਂਦਾ ਹੈ ਨਹੀਂ ਮਿਲਣਾ ਤੇ ਚਾਹੀਦਾ ਹੈ ਅਗਰ ਇਸ ਤੋਂ ਵੱਡੀ ਪਾਕਿਸਤਾਨ ਦੇ ਅੰਦਰ ਕੋਈ ਕੁਰਬਾਨੀ ਹੋ ਰਿਹਾ ਹੈ ਮੈਨੂੰ ਇਹ ਦੱਸੋ ਪਟਵਾਰੀ ਵੀ ਤੇ ਮਿਲ ਜਾਂਦਾ ਪਟਵਾਰੀ ਨੂੰ ਕਿਸ ਤਰ੍ਹਾਂ ਕੱਢੀ ਮੈਂ ਅਰਜ਼ ਇਹ ਕਰਨਾ ਪਟਵਾਰੀ ਕੱਢ ਦਿੱਤਾ ਗਿਆ ਇਹ ਅਸਲੀ ਜ਼ਰਦਾਰੀ ਨੇ ਕੱਢਿਆ 2008 ਦੇ ਵਿੱਚ ਜਿਹਨੇ 18ਵੀਂ ਤਰਮੀਮ ਕੀਤੀ ਉਹਨਾਂ ਨੇ ਆਪਣੇ ਖੁਦ ਸਦਰ ਸਨ ਤੇ ਆਪਣੇ ਇਖਤਿਆਰਾਤ ਪਾਰਲੀਮੈਂਟ ਨੂੰ ਦੇ ਦਿੱਤੇ ਇਹ ਤਾਂ ਨਿਕਲ ਗਿਆ ਹੁਣ ਠੀਕ ਲੇਕਿਨ ਇਲੈਕਸ਼ਨ ਵਿੱਚ ਫੇਰ ਬੇਫਾਰਮ 47 ਹੈਗਾ ਮੈਂ ਤੇ ਉਹੀ ਕਹਿਣਾ ਕਿਉਂਕਿ ਤੁਹਾਡੀ ਪਾਰਟੀ ਪੀਪਲਸ ਪਾਰਟੀ ਆਸਫ ਜ਼ਰਦਾਰੀ ਸਾਹਿਬ ਵੀ ਤੇ ਬਿਲਾਵਲ ਭੁੱਟੋ ਜ਼ਰਦਾਰੀ ने भी एक क्या कि जी इलेक्शन फॉर्म 47 का पीपल्स पार्टी शिकार हुई है देखो जी मैं क्या कहना ये पार्टी मेरी भी है ते ये आम बंदे दी भी पार्टी पूरे सारे आम पाकिस्तानी दी पार्टी और वो अगर वो कह रहे ने वो जमीन करते ने उन्होंने ज्यादा हकीकत बारे पता है वो सही कह रहे होते गलत नहीं कह रहे होने
ਤਾਂ ਹੀ ਤੇ ਮੈਂ ਕਹਿ ਰਿਹਾ ਕੋਈ ਅੰਦਰ ਇਸਲਾਹ ਦੀ ਜ਼ਰੂਰਤ ਹੈ। ਚਲੋ ਠੀਕ ਹੋ ਗਿਆ। तो ਸਰ ਅੱਜ ਦੇ ਵਲੌਗ ਵਿੱਚ ਅਰਫਾਨ ਮੀਰ ਸਾਹਿਬ ਤੇ ਮੈਨੂੰ ਇਹ ਦੇਖੋ ਬਹੁਤ ਸ਼ੁਕਰੀਆ। ਸਮੁੰਦਰ ਸਾਹਿਲ ਸਮੁੰਦਰ ਤੋਂ इजाजत दे। बड़ा अच्छा मौसम है जी वीर सर, ये वही साहिल है जिथे नदीम ने शबनम ने कहा तेरे भीगे बदन की खुशबू से लहरें भी हुई हैं मस्तानी से हो रहे कराची का समुंदर है। और जनाब कल या परसों फिर दोबारा मिलने हैं और पाकिस्तान के मसाइल ते भी गल करांगे और ईरान और अमरीका की जिहड़ी जंग है ਉਹਦੇ ਤੇ ਮੀਰ ਸਾਹਿਬ ਕੋਲੋਂ ਮੀਰ ਸਾਹਿਬ ਦੀ ਬੜੀ ਰਿਸਰਚ ਉਹਦੇ ਤੇ ਵੀ ਗੱਲ ਕਰਾਂਗੇ। ਜ਼ਰੂਰ, ਤੇ ਮੇਰੀ ਤਰਫੋਂ ਬੈਸਟ ਵਿਸ਼ੇਸ ਟੂ ਆਲ ਪਾਕਿਸਤਾਨੀਜ਼।